ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਸੁਪਰੀਮ ਕੋਰਟ ਦੇ ਫੈਸਲੇ ਦੇ ਵੱਲ ਕਰਾਂਗੇ। ਇਸ ਦੇਸ਼ ਦੀ ਸਰਵਉੱਚ ਅਦਾਲਤ ਨੇ ਬੀਤੀ ਰਾਤ ਫੈਸਲਾ ਦਿੱਤਾ ਹੈ ਖੇਤੀ ਕਾਨੂੰਨਾਂ ਦੇ ਸਬੰਧ ਦੇ ਵਿੱਚ ਚੱਲ ਰਹੇ ਰੇੜਕੇ ਨੂੰ ਲੈ ਕੇ ਅੰਦੋਲਨ ਦੇ ਉੱਤੇ ਪਾਈ ਗਈ ਪਟੀਸ਼ਨ ਦੇ ਉੱਤੇ ਇਹ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ। ਕਾਨੂੰਨਾਂ ਦੇ ਉੱਤੇ ਸਟੇ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਤੇ ਅਗਲੀ ਸੁਣਵਾਈ ਤੱਕ ਅਗਲਾ ਜਦੋਂ ਤੱਕ ਫੈਸਲਾ ਸੁਪਰੀਮ ਕੋਰਟ ਨਹੀਂ ਲੈਂਦੀ ਉਦੋਂ ਤੱਕ ਇਹ ਦੇਸ਼ ਦੇ ਵਿੱਚ ਲਾਗੂ ਨਹੀਂ ਹੋਣਗੇ। ਦੱਸਦੇ ਕਿ ਇਸ ਸੰਬੰਧ ਦੇ ਵਿੱਚ ਵੱਖ-ਵੱਖ ਵਕੀਲ ਵੀ ਇਸ ਸੁਣਵਾਈ ਦੇ ਦੌਰਾਨ ਮੌਜੂਦ ਰਹੇ ਨੇ। ਉਹਨਾਂ ਵਕੀਲਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਕੀ ਵੱਡੇ ਸੁਨੇਹੇ ਕਿਸਾਨ ਆਗੂਆਂ ਨੇ ਦਿੱਤੇ ਨੇ ਉਹ ਸੁਣਦੇ ਹਾਂ। सुप्रीम कोर्ट ने एक आज फैसला किया है जो हमें मीडिया के जरिए ही पता चला है। अभी तक उसकी कॉपी या उसके बारे में डिटेल्स हमें नहीं मिली है, लेकिन जैसे डॉक्टर दर्शनपाल जी ने कहा कि हम समझते हैं कि सरकार की ये शरारत है कि वो अपने ऊपर से ये प्रेशर कम करने के लिए सुप्रीम कोर्ट के जरिए ये कमेटी वगैरह ले आई, जिसका हमने कल ही विरोध कर दिया था कि हम ऐसी कमेटी के सामने पेश नहीं होंगे। हमारा आंदोलन एज इट इज सरकार के साथ चलता रहेगा। दूसरी बात, वो कमेटी भी जो बनी है ये डायरेक्टली और इनडायरेक्टली किसी भी तरह हम उसको नहीं मानते, लेकिन वो सारे के सारे जो कमेटी के मेंबर्स हैं वो प्रो गवर्नमेंट है। सारे वो लोग हैं जो अब तक सरकार के कानूनों को सही ठहराते रहे हैं और ऐसे लोगों से कभी भी वो किसान के आंदोलन के बारे में ठीक उनकी राय होगी जो आर्टिकल लिख लिख के प्रेस में जस्टिफाई करते रहे हैं कि ये कानून ठीक है, तो ऐसी कमेटी को तो बिल्कुल ही कोई मान नहीं सकता। वैसे भी हम असूली तौर पे क्लियर हैं कि ये कमेटियां वेटियां ये सब कुछ इशू को ध्यान डाइवर्ट करने के लिए है ताकि सरकार से प्रेशर कम हो जाए। तो हमने तय किया है कि हमारा ये आंदोलन चलता रहेगा। जो सुप्रीम कोर्ट का फैसला अज आया, जिहड़ी पटीशन खुद भारत सरकार ने पवाई सी ਉਹਦੇ फैसले ਦੇ ਵਿੱਚ सुप्रीम कोर्ट ने ਇਹਨਾਂ ਕਾਨੂੰਨਾਂ ਨੂੰ ਸਟੇ ਕਰਕੇ ਤੇ ਇੱਕ ਜਿਹੜੀ ਕਮੇਟੀ ਹੈ 4 ਮੈਂਬਰੀ ਬਣਾਈ ਆ। ਅਸੀਂ ਉਸ ਕਮੇਟੀ ਨੂੰ ਬਣਨ ਨੂੰ ਹੀ ਠੀਕ ਨਹੀਂ ਸਮਝਦੇ, ਕਿਉਂਕਿ ਨਾ ਤਾਂ ਅਸੀਂ ਭਾਰਤ ਸਰਕਾਰ ਤੋਂ ਡਿਮਾਂਡ ਕੀਤੀ ਹੈ ਤੇ ਨਾ ਹੀ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਇਹ ਡਿਮਾਂਡ ਕੀਤੀ ਹੈ ਕਿ ਕੋਈ ਕਮੇਟੀ ਬਣਾਈ ਜਾਵੇ ਤੇ ਕਮੇਟੀ ਦੇ ਅੱਗੇ ਅਸੀਂ ਜਾ ਕੇ ਪੇਸ਼ ਹੋਈਏ। ਪਹਿਲੀ ਗੱਲ ਤਾਂ ਮੁੱਢੋਂ ਅਸੀਂ ਇਹਨੂੰ ਰੱਦ ਕਰਦੇ ਹਾਂ। ਦੂਸਰੀ ਗੱਲ, ਜਿਹੜੀ ਕਮੇਟੀ ਇਹ ਬਣੀ ਹੈ 4 ਮੈਂਬਰੀ, ਇੱਕ ਪੰਜਾਬ ਦਾ ਨੁਮਾਇੰਦਾ, 3 ਮਤਲਬ ਦਿੱਲੀ ਦੇ ਹੈਗੇ ਜਿਹੜੇ ਪਹਿਲਾਂ ਹੀ ਭਾਰਤ ਸਰਕਾਰ ਨਾਲ ਜੁੜੇ ਹੋਏ ਆ। ਚਾਰੇ ਜਿਹੜੇ ਨੁਮਾਇੰਦੇ ਆ ਉਹ ਚਾਰਾਂ ਨੇ ਹੁਣ ਤੱਕ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਹੈ ਕਿ ਇਹ ਕਾਨੂੰਨ ਆ ਜਿਹੜੇ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਆ ਤੇ ਕਿਸਾਨਾਂ ਨੂੰ ਇਹ ਮੰਨਣੇ ਚਾਹੀਦੇ ਆ। ਇਹ ਜਿਹੜੀ ਕਿਸਾਨਾਂ ਦੀ ਆਮਦਨ ਹੈ ਉਹ ਦੁੱਗਣੀ ਕਰ ਦੇਣਗੇ, ਕਿਸਾਨਾਂ ਦੀ ਤਰੱਕੀ ਹੋਊਗੀ। ਜਿਹੜਿਆਂ ਨੇ ਹੁਣ ਤੱਕ ਇਹ ਵਕਾਲਤ ਕੀਤੀ ਹੋਵੇ ਕਾਨੂੰਨਾਂ ਦੀ, ਅਜਿਹੀ ਕਮੇਟੀ ਦੇ ਅੱਗੇ ਜਾ ਕੇ ਅਸੀਂ ਪੇਸ਼ ਹੋਈਏ ਜਿਹੜੇ ਅਸੀਂ ਕਹਿੰਦੇ ਹੋਈਏ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰੋ, ਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਸ ਕਮੇਟੀ ਦੇ ਅੱਗੇ ਅਸੀਂ ਜਾ ਕੇ ਪੇਸ਼ ਹੋਈਏ। ਜਿਹੜਾ ਭੁਪਿੰਦਰ ਸਿੰਘ ਮਾਨ ਹੈ ਇੱਕ ਪੰਜਾਬ ਤੋਂ ਹੀ ਹੈ ਇਸ ਕਮੇਟੀ ਦਾ ਜਿਹੜਾ ਨੁਮਾਇੰਦਾ, ਆਹ 32 ਜਥੇਬੰਦੀਆਂ ਦੇ ਵਿੱਚੋਂ ਵੀ ਪਾਸੇ ਆ। ਉਹ ਕੋਈ ਜਥੇਬੰਦੀ ਨਹੀਂ ਹੈ, ਕੋਈ ਵਿਅਕਤੀ ਹੈ, ਨਿਖੜਿਆ ਹੋਇਆ ਬੰਦਾ ਉਹ ਤੇ ਸਰਕਾਰੀ ਬੰਦਾ। ਅਸੀਂ ਬਿਲਕੁਲ ਅਜਿਹੇ ਬੰਦੇ ਅੱਗੇ ਜਾ ਕੇ ਪੇਸ਼ ਨਹੀਂ ਹੋਵਾਂਗੇ। ਤੇ ਹੁਣ ਉਹਨਾਂ ਵਕੀਲਾਂ ਦੀ ਵੀ ਗੱਲਬਾਤ ਤੁਹਾਨੂੰ ਸੁਣਾਉਂਦੇ ਆ ਜੋ ਵਕੀਲ ਇਸ ਸਾਰੇ ਕੇਸ ਦੀ ਪੈਰਵਾਈ ਕਰ ਰਹੇ ਨੇ ਤੇ ਸਾਰੇ ਕੇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। आज देश की सबसे बड़ी अदालत सर्वोच्च न्यायालय में सुबह से ही किसानों के प्रोटेस्ट को लेकर, किसान फार्मर्स बिल को लेकर सुनवाई हुई। उनमें ऑनरेबल चीफ जस्टिस ऑफ इंडिया ने केस के शुरुआत में ही साफ तौर पर केंद्र सरकार को डांटते हुए कहा कि इस तरह से इतने दिन हो गए हैं, पिछली डेट 17 दिसंबर से आज 11 दिसंबर हो गई, तब से अब तक इतनी पिटीशन हो चुकी हैं, इतना टाइम लग चुका है, इतने किसान मर चुके हैं, कुछ तो सुसाइड कर चुके हैं, बारिश हो चुकी है, मौसम कितना ठंडा है, इन सब बातों के बावजूद भी वार्ताएं चल रही हैं, डायलॉग चल रहे हैं। 8 बार वार्ताएं हो चुकी, सफल क्यों नहीं हो रही? क्यों नहीं आपकी वार्ताएं सिरे चढ़ रही? क्यों नहीं आप वार्ताओं में पूरा कर पा रहे हैं? इस तरह से उन्होंने केंद्र सरकार के लिए कहा और उन्होंने ये भी कहा
कहा कि हम इन कानूनों पर रोक लगाने की ऑर्डर पास करने जा रहे हैं, ऑर्डर पास करेंगे जिससे रोक लगाई जा सके। और उन्होंने हम लोगों के माध्यम से, पिटीशन के माध्यम हम लोगों से भी कहा कि आप चीफ जस्टिस ऑफ इंडिया की तरफ से ये बात कहिए धरना स्थल पर, प्रदर्शन पर, जो महिलाएं हैं, वृद्ध महिलाएं हैं, बुजुर्ग हैं, वृद्ध लोग हैं, बीमार लोग हैं, वो यहाँ ना धरना स्थल पर ना बैठें, घरों में बैठें, क्योंकि जिससे मौतों की संख्या बढ़ रही। जब मैंने ये कहा कि 65 मौतें हो चुकी हैं, बहुत से लोग उनमें सुसाइड कर चुके हैं, और किसान अन्नदाता है, जब कहा जाता है अन्नदाता है और प्रथम विधाता है, तो उसके बाद किसान की बात क्यों नहीं मानी जा रही? किसान को क्यों नहीं इसमें रिलीफ दी जा रही? किसानों के भले का कानून है, तो किसान ही जब उसका विरोध कर रहा है तो आप इस किसानों के कानून को रोक दें, उस पर रोक लगा दें। रोक लगाना आवश्यक है। गवर्नमेंट के तीनों एडवोकेटों ने बहुत कोशिश की, सुप्रीम कोर्ट स्टे नहीं करे। उन्होंने ये कोशिश की सुप्रीम कोर्ट ये ऑर्डर करे कोई भी किसान दिल्ली के अंदर नहीं आए। इन दोनों के जवाब में सुप्रीम कोर्ट ने साफ कर दिया, दिल्ली पुलिस को अधिकार है, वो हर आने वाले की तलाशी ले, अगर हथियार पाया जाता है उनके पास में तो उनको रोक सकते हैं, नहीं तो नहीं। तीनों कानून के ऊपर स्टे लगा दिया है, एक कमेटी बना दी है, वो कमेटी हर किसी की बात सुनेगी। आप सपोर्ट करते हैं क्यों करते हैं, आप विरोध करते हैं क्यों करते हैं, आपके दिल में क्या दर्द है, क्या आपके साथ हो सकता है, क्यों आप लोग आत्महत्या करें, सब चीज़ सुनेगी और वो सब चीज़ को इकट्ठा करके कोर्ट के सामने रखेगी। उसके बाद कोर्ट कानून के ऊपर भी सुनेगी और फिर निर्णय लेगी इन तीनों कानून को रद्द किया जाए या नहीं किया जाए। एक चीज़ और मैं आपको स्पष्ट कर देता हूँ, जब किसी कानून के विरुद्ध 90% सबूत होता है, एविडेंस होता है कि कानून गलत है, तभी कोर्ट स्टे करती है, नहीं तो कोर्ट स्टे नहीं करती है। उधर सुप्रीम कोर्ट ਦੇ ਇਸ ਫੈਸਲੇ ਤੋਂ ਬਾਅਦ ਵੱਖ-ਵੱਖ ਸਿਆਸੀ ਪ੍ਰਤੀਕਰਮ ਆਉਣੇ ਸਾਹਮਣੇ ਹੋ ਚੁੱਕੇ ਨੇ। ਇਸ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਲਗਾਤਾਰ ਜੰਤਰ ਮੰਤਰ ਤੇ ਮੌਜੂਦ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਦਾ ਪ੍ਰਤੀਕਰਮ ਹੈ। ਕਾਂਗਰਸੀ ਸੰਸਦਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਸੀ। ਡਿਸੀਜਨ ਤਾਂ ਕੋਈ ਆਇਆ ਹੀ ਨਹੀਂਗਾ। ਜੋ ਕੱਲ ਲੱਗ ਰਿਹਾ ਸੀ ਵੀ ਸਰਕਾਰ ਨੂੰ ਫਟਕਾਰ ਲਾ ਰਿਹਾ ਸੀ ਕੋਰਟ, ਕੱਲ ਲੱਗ ਰਿਹਾ ਵੀ ਚੀਫ ਜਸਟਿਸ ਸੁਪਰੀਮ ਕੋਰਟ ਬੋਲ ਰਿਹਾ ਸੀ ਵੀ ਭਾਈ ਤੁਹਾਡਾ ਕੋਈ ਵੀ ਹੱਲ ਕਰਨ ਦਾ ਮਕਸਦ ਨਹੀਂ ਲੱਗ ਰਿਹਾ, ਤੁਸੀਂ ਜਾਣ ਕੇ ਇਹਨੂੰ ਖਰਾਬ ਕਰ ਰਹੇ ਹੋ ਸਾਰੇ ਨੂੰ, ਤੁਸੀਂ ਇਹ ਕਾਨੂੰਨ ਕਿਸਾਨਾਂ ਨੂੰ ਤੰਗ ਕਰਨ ਨੂੰ ਬਣਾਏ ਆ, ਇੱਥੇ ਤੱਕ ਕਿਹਾ ਸੀ। ਪਰ ਜਦੋਂ ਰਾਤ ਪਈ ਤੇ ਕੱਲ ਤੱਕ ਸਾਡੇ ਵਕੀਲ ਜਿਹੜੇ ਚਾਰੋਂ ਨੇ ਅੱਜ ਉਹ ਸਵੇਰੇ ਉਹੀ ਨਾ ਕਰ ਗਏ, ਕਿਉਂਕਿ ਪਤਾ ਲੱਗ ਗਿਆ ਰਾਤ ਕੀ ਹੋਇਆ। ਕਿੱਡੇ ਕਿੱਡੇ ਵਕੀਲ ਆ ਗਏ, ਕਿੱਡੇ ਕਿੱਡੇ ਸਿਰਾਂ ਵਾਲੇ ਇੱਥੇ ਪੇਸ਼ ਹੋ ਗਏ ਤੇ ਉੱਥੇ ਸਵੇਰੇ ਕਿਹਾ ਵੀ ਇਹ ਦੇਖੋ ਜੀ ਆਹ ਸਾਡੇ ਜਥੇਬੰਦੀਆਂ ਖੜੀਆਂ ਏ ਜਿਹੜੀਆਂ ਕਹਿ ਰਹੀਆਂ ਏ ਵੀ ਇਦੋਂ ਵੀ ਅਸੀਂ ਡਬਲ ਲੋਕ ਲੈ ਆਵਾਂਗੇ ਜੀ, ਦੁੱਗਣੇ ਲੋਕ ਲੈ ਆਵਾਂਗੇ ਤੇ ਦੁੱਗਣੇ ਲੋਕ ਇਹਨਾਂ ਨਾਲ ਵੱਧ ਜਿਹੜੇ ਉਹ ਹੱਕ 'ਚ ਕਾਨੂੰਨ 'ਚ ਆ ਜਾਣਗੇ। ਤੇ ਖਾਲਿਸਤਾਨ ਵਾਲੀ ਗੱਲ ਨਵਾਂ ਆ ਗਈ ਵੀ ਇਹ ਤਾਂ ਖਾਲਿਸਤਾਨੀ ਬੈਠੇ ਆ। ਦੇਖੋ ਤਾਂ ਸਹੀ ਗੱਲ, ਕੱਲ ਤੋਂ ਅੱਜ ਕਿੱਧਰ ਚੇਂਜ ਹੋ ਗਈ, 2020 ਵਾਲੇ ਬਣਾਤੇ। ਤੇ ਇਸ ਕਰਕੇ ਜਿਹੜੇ ਜੱਜ ਸਾਹਿਬ ਸੀ ਉਹਨਾਂ ਨੂੰ ਐਸਾ ਕਨਫਿਊਜ਼ ਕੀਤਾ, ਜੋ ਸਰਕਾਰ ਕਰਦੀ ਹੁੰਦੀ ਆ। ਉਹ ਕਹਿੰਦੇ ਜੀ ਕਮੇਟੀ ਬਣਾ ਲਓ। ਉਹ ਬਈ ਕਮੇਟੀ ਦੱਸੋ ਕਿਹੜੀ ਕਮੇਟੀ ਇਹੋ ਜਿਹੀ ਹੋਊਗੀ? ਸਭ ਤੋਂ ਵੱਡਾ ਜਿਹੜਾ ਮੰਤਰੀ ਬਿੱਲ ਬਣਾਉਣ ਵਾਲੇ ਦੋ, ਐਗਰੀਕਲਚਰ ਮਿਨਿਸਟਰ ਤੇ ਕਮਰਸ ਤੇ ਟ੍ਰੇਡ ਮਿਨਿਸਟਰ ਪਿਊਸ਼ ਗੋਇਲ, ਦੋਨਾਂ ਦਾ ਹੀ ਸੰਬੰਧ ਆ ਨਾ। ਦੋਨੋਂ ਮੰਤਰੀਆਂ ਨਾਲ ਤਾਂ ਸਿੱਧੀ ਗੱਲ ਚੱਲ ਰਹੀ ਹੈ ਕਿਸਾਨਾਂ ਦੀ। ਉਹ 9ਵਾਂ ਗੇੜ ਚੱਲਣਾ ਹੈ ਤੇ ਐਦੋਂ ਨੇੜੇ ਹੋਰ ਕਿਹਨੂੰ ਬਣਾਉਂਗੇ? ਪ੍ਰਾਈਮ ਮਿਨਿਸਟਰ ਨੂੰ ਬਣਾਉਂਦੇ ਤਾਂ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਦੀ ਕਮੇਟੀ ਬਣਾਤੀ ਅਸੀਂ, ਉਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨਗੇ। ਇਹ ਵਿਚਾਰੀ ਕਿਹੜੀ ਕਮੇਟੀ ਹੋਏਗੀ ਜਿਹਨੂੰ ਨਾ ਕਿਸਾਨਾਂ ਦਾ ਪਤਾ, ਨਾ ਕਿਸਾਨ ਦੇ ਐਜੀਟੇਸ਼ਨਾਂ ਦਾ ਪਤਾ, ਤੇ ਉਵੇਂ ਹੀ ਤਰੀਕ ਤੇ ਤਰੀਕ ਉਹ ਰੋਜ਼ ਮੀਟਿੰਗਾਂ ਉਹ ਕਰ ਰਿਹਾ ਕਰਨਗੇ। ਜਿਵੇਂ ਮਸਾਂ ਤਾਂ 6 ਮਹੀਨੇ 'ਚ ਇਹਨਾਂ ਨੂੰ ਸਮਝਾਇਆ, ਮੰਨੇ ਨਹੀਂ ਹਜੇ ਸਮਝਾਇਆ ਇਹਨਾਂ ਨੂੰ। ਤਾਂ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਕੁਝ ਕਰਨਾ ਹੀ ਨਹੀਂ, ਫਿਰ ਮੰਨ ਗਏ ਵੀ ਅਮੈਂਡਮੈਂਟਾਂ ਕਰਾ ਲਓ, ਇਹਦਾ ਮਤਲਬ ਸਮਝ ਆ ਗਈ। ਸਾਰੇ ਦੇਸ਼ ਦੇਖੋ ਸਰਵਉੱਚ ਅਦਾਲਤ ਹੈ, ਸਾਰਾ ਦੇਸ਼ ਇਹਦੀ ਇੱਜ਼ਤ ਕਰਦਾ ਔਰ ਬਹੁਤ ਉਹਨਾਂ ਦੇ ਸਨਮਾਨ ਹੈ ਇਹਨਾਂ ਪ੍ਰਤੀ। ਪਰ ਜਿਸ ਤਰੀਕੇ ਨਾਲ ਪਿੱਛੇ ਫੈਸਲਾ ਇਹ ਜਿਹੜਾ ਪ੍ਰਸ਼ਨ ਚਿੰਨ੍ਹ ਸੀ ਇਹਨਾਂ ਨੂੰ ਲੈ ਕੇ, ਤੁਹਾਨੂੰ ਪਤਾ ਕਿ ਬਾਰ-ਬਾਰ ਆਪਾਂ ਇੱਕ ਹੀ ਇੰਟਰਵਿਊ 'ਚ ਕਹਿੰਦੇ ਰਹੇ ਵੀ ਕਿਤੇ ਨਾ ਕਿਤੇ ਇਹ ਲੋਕ ਦਬਾਅ ਨਾ ਪਾ ਦੇਣ। ਕੱਲ ਜਦੋਂ ਅਦਾਲਤ ਨੇ ਜਦੋਂ ਪ੍ਰੋਸੀਡਿੰਗ ਸ਼ੁਰੂ ਹੋਈ ਆ, ਉਸ ਸਮੇਂ ਦੇ ਵਿੱਚ ਜਿੱਦਾਂ ਲੱਗਾ ਕਿ ਜਿਸ ਤਰੀਕੇ ਨਾਲ ਉਹਨਾਂ ਸਰਕਾਰ ਨੂੰ ਝਾੜਿਆ, ਜਿਸ ਤਰੀਕੇ ਨਾਲ ਉਹਨਾਂ ਸੋਲਿਸਿਟਰ ਜਨਰਲ ਨੂੰ ਝਾੜਿਆ, ਇੰਜ ਲੱਗ ਰਿਹਾ ਸੀ ਕਿ ਸਰਕਾਰ ਜਿਹੜੀ ਕੋਰਟ ਹੈ, ਕੋਰਟ ਬਹੁਤ ਸੰਜੀਦਾ ਆ ਇਸ ਮਸਲੇ ਨੂੰ ਲੈ ਕੇ, ਔਰ ਕਿਤੇ ਨਾ ਕਿਤੇ ਇਹ ਜਿਹੜੇ ਕਿਉਂਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਕਾਨੂੰਨ ਪਾਸ ਕੀਤੇ ਇਹਨਾਂ ਨੂੰ ਰਿਪੀਲ ਕਰਨ ਲਈ ਸਰਕਾਰ ਨੂੰ ਕਹੇਗੀ। ਪਰ ਰਾਤ ਦੀ ਰਾਤ ਜਿਸ ਤਰੀਕੇ ਦੇ ਨਾਲ ਫੈਸਲਾ ਆਇਆ, ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਦਬਾਅ ਬਹੁਤ ਵੱਡਾ ਹੋਏਗਾ ਸੁਪਰੀਮ ਕੋਰਟ ਦਾ, ਉਹ ਜਿਹੜਾ ਰਾਤ ਦਾ ਦਬਾਅ ਹੈ ਉਹ ਦਿਖਣਾ ਸ਼ੁਰੂ ਹੋ ਗਿਆ ਕਿ ਸਟੇ ਕਰਕੇ ਕਮੇਟੀ ਬਣਾ ਦਿੱਤੀ ਗਈ ਹੈ।
ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਲੰਬਾ ਪਾਉਣ ਲਈ। ਇਹ ਤੇ ਤਾਂ ਹੁੰਦਾ ਵੀ ਜੇ ਉਹ ਕੋਈ ਚੀਜ਼ ਜਾ ਕੇ ਮੰਗਿਆ ਤੇ ਕਿਸੇ ਨੇ ਕੁਝ ਹੈ ਨਹੀਂ, ਨਾ ਉਹਨਾਂ ਨੇ ਨਾ ਉਹਨਾਂ ਨੂੰ ਮੌਕਾ ਜਿਹੜੇ ਕਿਸਾਨਾਂ ਦੇ ਵਕੀਲ ਸੀ ਨਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਆਪਣੀ ਗੱਲ ਕਰਨ ਦਾ, ਨਾ ਉਹਨਾਂ ਦਾ ਪੱਖ ਸੁਣਿਆ ਗਿਆ ਚੰਗੀ ਤਰ੍ਹਾਂ। ਅੱਜ ਉਹਨਾਂ ਨੇ ਮੰਗਿਆ ਸੀ ਕੱਲ੍ਹ ਕਿ ਸਾਨੂੰ ਇੱਕ ਦਿਨ ਦਾ ਮੌਕਾ ਦਿੱਤਾ ਜਾਵੇ, ਅਸੀਂ ਸਲਾਹ ਕਰਕੇ ਤੁਹਾਡੇ ਨਾਲ ਆਪਣੇ ਪੱਖ ਦੇ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਹੁੰਦੀ ਕੋਰਟ ਦੇ ਵਿੱਚ ਤੇ ਫਿਰ ਕੋਰਟ ਫੈਸਲਾ ਦਿੰਦਾ, ਫਿਰ ਗੱਲ ਮੰਨੀ ਜਾ ਸਕਦੀ। ਸਰਕਾਰ ਨੂੰ ਫਟਕਾਰ ਲਾ ਕੇ ਉਹੀ ਫੈਸਲਾ ਦਿੱਤਾ ਗਿਆ ਜਿਹੜਾ ਕਿ ਜਿਹੜੇ ਮਿਨਿਸਟਰ ਸੀ ਉਹ ਪਹਿਲਾਂ ਹੀ ਸਲਾਹ ਦੇ ਰਹੇ ਕਿਸਾਨਾਂ ਨੂੰ ਕਿ ਤੁਸੀਂ ਕੋਰਟ 'ਚ ਕਿਉਂ ਨਾ, ਸੁਪਰੀਮ ਕੋਰਟ ਦਾ ਕਿਉਂ ਨਾ ਫੈਸਲਾ ਗੱਲ ਸੁੱਟ ਦਿੱਤੀ ਜਾਵੇ। ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਦਬਾਅ ਆ, ਦਬਾਅ ਉਹਨਾਂ ਦਾ ਕਿਤੇ ਨਾ ਕਿਤੇ ਕੰਮ ਕੀਤਾ ਆ। ਇਹ ਬੜਾ ਗਲਤ ਗੱਲ ਹੋਈ ਆ ਹੁਣ ਇਸ ਸਮੇਂ ਦੇ ਵਿੱਚ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਆਇਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਜੋ ਕੁਝ ਹੋਇਆ ਉਹ ਚੰਗਾ ਹੋਇਆ ਹੈ, ਪਰ ਸੁਪਰੀਮ ਕੋਰਟ ਨੂੰ ਵੀ ਇਹਨਾਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰ ਦੇਣਾ ਚਾਹੀਦਾ ਸੀ ਅਤੇ ਸਿੱਧੇ ਤੌਰ ਦੇ ਉੱਤੇ ਭਾਜਪਾ ਦੇ ਉੱਤੇ ਸ਼ਬਦੀ ਵਾਰ ਵੀ ਨੇ ਜੋ ਕੀਤੇ ਗਏ ਨੇ ਚੰਦੂਮਾਜਰਾ ਦੇ ਵੱਲੋਂ। ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਦਾ ਖੇਤੀ ਸੰਬੰਧੀ ਜਿਹੜਾ ਕਾਨੂੰਨਾਂ ਬਾਰੇ ਫੈਸਲਾ ਆਇਆ, ਇਹਦੇ ਤੇ ਅਧਿਕਾਰਤ ਬਿਆਨ ਤਾਂ ਕਿਸਾਨ ਜਥੇਬੰਦੀਆਂ ਹੀ ਦੇ ਸਕਦੀਆਂ ਨੇ ਕਿਉਂਕਿ ਉਹ ਸੰਘਰਸ਼ ਨੂੰ ਲੀਡ ਕਰ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤਾਂ ਇਸ ਸੰਘਰਸ਼ ਦੀ ਸਪੋਰਟ ਕਰ ਰਿਹਾ ਔਰ ਮੈਂ ਸਮਝਦਾ ਕਿ ਵੈਸੇ ਇਸ ਫੈਸਲੇ ਨੇ ਕੇਂਦਰ ਸਰਕਾਰ ਨੂੰ ਇਖਲਾਕੀ ਤੌਰ ਤੇ ਹਾਰ ਮੰਨ ਲੈਣੀ ਚਾਹੀਦੀ ਹੈ ਇਸ ਫੈਸਲੇ ਤੋਂ ਬਾਅਦ, ਕਿਉਂਕਿ ਜਿਹੜੀ ਸਰਕਾਰ ਦੇ ਫੈਸਲਿਆਂ ਤੇ ਦੇਸ਼ ਦੀ ਸਰਵਉੱਚ ਅਦਾਲਤ ਇੰਪਲੀਮੈਂਟੇਸ਼ਨ ਤੇ ਰੋਕ ਲਾ ਰਹੀ ਹੋਵੇ ਉਦੋਂ ਵੱਡੀ ਫਿਰ ਕਿਸੇ ਸਰਕਾਰ ਦੀ ਹਾਰ ਹੋਰ ਕੀ ਹੋ ਸਕਦੀ ਆ। ਮੈਂ ਤਾਂ ਇੱਥੋਂ ਤੱਕ ਕਿਹਾ ਕਿ ਖੇਤੀ ਮੰਤਰੀ ਨੂੰ ਆਪਣਾ ਪਦ ਛੱਡਣਾ ਚਾਹੀਦਾ ਕਿਉਂਕਿ ਜਿਨ੍ਹਾਂ ਦੇ ਬਣਾਏ ਕਾਨੂੰਨ ਦੇਸ਼ ਦੀ ਉੱਚ ਅਦਾਲਤ ਲਾਗੂ ਕਰਨ ਤੇ ਰੋਕ ਲਾ ਰਹੀ ਆ, ਉਹ ਤੋਂ ਵੱਡੀ ਹਾਰ ਕਿਸੇ ਸਰਕਾਰ ਦੀ ਕੀ ਹੋ ਸਕਦੀ ਆ। ਤੇ ਪਰ ਇੱਕ ਹੈਰਾਨੀ ਵੀ ਆ, ਪਰੇਸ਼ਾਨੀ ਵੀ ਆ, ਚਿੰਤਾ ਵੀ ਆ, ਦੁੱਖ ਹੈ ਇਸ ਗੱਲ ਦਾ ਕਿ ਮਾਨਯੋਗ ਉੱਚ ਅਦਾਲਤ ਨੇ ਜਿਹੜੀ ਕਮੇਟੀ ਬਣਾਈ ਹੈ ਇਹਨਾਂ ਫੈਸਲਿਆਂ ਕਾਨੂੰਨਾਂ ਸੰਬੰਧੀ, ਉਹ ਤਾਂ ਮਤਲਬ ਉਹਦੇ 'ਤੇ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਕਮੇਟੀ ਬਣਾਈ ਹੀ ਸਰਕਾਰ ਦੀਆਂ ਡਾਇਰੈਕਸ਼ਨਾਂ ਨਾਲ ਹੁੰਦੀ ਆ ਅਤੇ ਉਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਪਾਏ ਨੇ ਉਹ ਤਾਂ ਪਹਿਲਾਂ ਹੀ ਖੇਤੀ ਸੰਬੰਧੀ ਬਣਾਏ ਕਾਨੂੰਨਾਂ ਦੇ ਸਪੋਰਟ ਵਿੱਚ ਲਿਖ ਚੁੱਕੇ ਨੇ, ਆਪਣੇ ਰਾਈਟ ਅਪ ਲਿਖ ਚੁੱਕੇ ਨੇ ਅਤੇ ਜਿਹੜੇ ਪਹਿਲਾਂ ਹੀ ਆਪਣੀ ਰਾਏ ਦੇ ਚੁੱਕੇ ਹੋਣ ਉਹਨਾਂ ਬੰਦਿਆਂ ਨੂੰ ਕਮੇਟੀ ਦੇ ਮੈਂਬਰ ਬਣਾਉਣਾ, ਉਹ ਵੀ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਬਣਾਉਣਾ, ਇਹ ਤਾਂ ਮੈਂ ਸਮਝਦਾ ਸੰਸਥਾ ਦੇ ਵਕਾਰ ਦਾ, ਸੰਸਥਾ ਦੇ ਭਵਿੱਖ ਦਾ ਵੀ ਸਵਾਲ ਖੜ੍ਹਾ ਹੋ ਗਿਆ। ਇਹ ਤਾਂ ਚਿੰਤਾ ਹੈ, ਫਿਕਰ ਹੈ ਕਿ ਜੇ ਸਰਕਾਰਾਂ ਦੇਸ਼ ਦੀਆਂ ਉੱਚ ਅਦਾਲਤਾਂ ਤੱਕ ਇਸ ਤਰ੍ਹਾਂ ਇੰਟਰਫੇਅਰ ਕਰਨ ਲੱਗ ਗਈਆਂ, ਜੇ ਸਰਕਾਰਾਂ ਦੀ ਦਖਲਅੰਦਾਜ਼ੀ ਇਸ ਹੱਦ ਤੱਕ ਵੱਧ ਗਈ, ਜਾਂ ਇਹ ਕਹਿ ਲਓ ਕਿ ਜੇ ਸਰਵਉੱਚ ਅਦਾਲਤ ਹੀ ਸਰਕਾਰ ਦੇ ਗਾਈਡਲਾਈਨ ਤੇ ਹਦਾਇਤਾਂ 'ਤੇ ਚੱਲਣ ਲੱਗੀ ਤੇ ਫਿਰ ਦੇਸ਼ ਦਾ ਕੀ ਬਣੇਗਾ। ਇਹ ਤਾਂ ਲੋਕ ਰਾਜ ਵੀ ਖਤਰੇ 'ਚ ਲੱਗ ਰਿਹਾ, ਇਹ ਤਾਂ ਸਿਸਟਮ ਵੀ ਖਤਰੇ 'ਚ ਲੱਗ ਰਿਹਾ, ਇਹ ਤਾਂ ਇਹ ਲੱਗ ਰਿਹਾ ਵੀ ਇਹਨੂੰ ਬਚਾਊ ਕੌਣ ਮੁਲਕ ਨੂੰ। ਤਾਂ ਇਹ ਬੜੀਆਂ ਚਿੰਤਾਵਾਂ ਨੇ ਅੱਜ ਜਿਸ ਤਰ੍ਹਾਂ ਦੀ ਇਹ ਕਮੇਟੀ ਬਣੀ ਆ। ਬਾਕੀ ਇਹਦੇ 'ਤੇ ਕੀ ਰਿਐਕਸ਼ਨ ਆਉਂਦਾ, ਕੀ ਅੱਗੇ ਰਣਨੀਤੀ ਆਉਂਦੀ ਆ ਕਿਸਾਨ ਜਥੇਬੰਦੀਆਂ ਵੱਲੋਂ, ਉਹ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਤਾਂ ਕੋਈ ਫੈਸਲਾ ਕਰੇਗਾ। ਉਧਰ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਦੇ ਵੱਲੋਂ ਵੀ ਭਾਜਪਾ ਦੇ ਉੱਤੇ ਟਿੱਪਣੀ ਕੀਤੀ गई है कि कुछ कह रहे ने सचिन पायलट, वो सुनते हैं। देखिए, जो सर्वोच्च न्यायालय ने कल टिप्पणी करी है और आज संभवतः उनका आदेश भी आएगा, ये बहुत महत्वपूर्ण है। ये इस बात को दर्शाता है कि जिस बात को हम 2 महीने से कह रहे थे, जिस बात को किसान संगठन, हज़ारों लाखों किसान, पॉलिटिकल पार्टियां, गैर सरकारी संस्थाएं जिस बात पर जोर दे रही थी कि ये कानून बहुत जल्दबाजी में, बहुत ज़बरदस्ती से और बहुत ही नकारात्मक परिणाम देने वाले कानून हैं, इसका एक तरह से पुष्टिकरण सुप्रीम कोर्ट ने किया है। और इतना विरोध होने के बाद, गतिरोध होने के बाद सरकार ने जो रवैया अपनाया, किसानों को इस ठंड के मौसम में बार बार वार्ता के लिए बुलाया, उनकी बात सुनने से मना कर दिया, जो जिद का उन्होंने प्रदर्शन किया, कहीं ना कहीं उसको ठीक करने का काम न्यायालय ने किया है। हमें इंतज़ार करना पड़ेगा कि अंतिम निर्णय क्या आएगा सुप्रीम कोर्ट का। लेकिन जो किसान मांग कर रहे, जो बात को हम बोल रहे थे कि ये आत्मघाती हैं तीनों कानून, इसको वापस लेना पड़ेगा। और सुप्रीम कोर्ट ने जो कल टिप्पणी की है उसमें स्पष्ट कर दिया है कि जो सरकार का रवैया था, उनका काम करने का तरीका था, उनकी जो सोच थी, बिना चर्चा के, बिना संवाद के ज़बरदस्ती संसद में जो बिल पारित कराए थे, उस पर एक तरह से उन्होंने रोक लगाने का एक तरह से काम किया है। उसका सभी स्वागत करें, लेकिन हमें देखना पड़ेगा कि अंत में सरकार का क्या रुख रहता है इस निर्णय के बाद।
ਤੇ ਹੁਣ ਇੱਕ ਨਜ਼ਰ ਪਾਵਾਂਗੇ ਸਿਆਸੀ ਅਤੇ ਖਾਸ ਬਿਆਨਾਂ ਤੇ। ਬੇਸ਼ੱਕ ਅੱਜ ਦੇਸ਼ ਦੀ ਮਾਨਯੋਗ ਸਰਵਉੱਚ ਅਦਾਲਤ ਦਾ ਫੈਸਲਾ ਆਇਆਗਾ ਕਿ ਉਹਨਾਂ ਨੇ ਤਿੰਨੇ ਕਾਲੇ ਕਾਨੂੰਨਾਂ ਤੇ ਰੋਕ ਲਾ ਦਿੱਤੀ ਹੈ, ਸਟੇ ਕਰ ਦਿੱਤੀ ਹੈ, ਪਰ ਲੇਕਿਨ ਮੈਂ ਸਮਝਦਾਗਾ ਇਹ ਕਾਲੇ ਕਾਨੂੰਨ ਬਣਾਏ ਕਿਹਨੇ ਸੀਗੇ? ਇਹ ਦੇਸ਼ ਦੀ ਪਾਰਲੀਮੈਂਟ 'ਚ ਬਣੇ ਨੇਗੇ, ਇਹ ਦੇਸ਼ ਦੀ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਨੇ, ਦੇਸ਼ ਦੀ ਕੇਂਦਰ ਸਰਕਾਰ ਨੇ ਬਣਾਏ ਨੇਗੇ। ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ, ਕਿਉਂਕਿ ਕਿਸਾਨਾਂ ਦੀ ਜਿਹੜੀ ਮੰਗ ਆ, ਮੇਨ ਮੰਗ ਆ, ਉਹ ਕਾਲੇ ਕਾਨੂੰਨ ਵਾਪਸ ਕਰਾਉਣ ਦੀ ਗੱਲ ਆ। ਸੋ ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆਗਾ ਉਹ ਬਹੁਤ ਵੱਡਾ ਸੰਕੇਤ ਆ, ਉਹ ਬਹੁਤ ਵੱਡਾ ਸਬੂਤ ਆ ਕਿ ਜਿਹੜੇ ਕਾਨੂੰਨ ਨੇ ਇਹ ਕਾਲੇ ਨੇ, ਇਹ ਗਲਤ ਨੇ, ਇਹ ਕਿਸਾਨ ਵਿਰੋਧੀ ਨੇਗੇ। ਸੋ ਮੈਂ ਸਮਝਦਾਗਾ ਹੁਣ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ, ਮੋਦੀ ਸਾਹਿਬ ਨੂੰ ਜਿਹੜੀ ਦਿਆਨਤਦਾਰੀ ਦਿਖਾਉਣੀ ਚਾਹੀਦੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਦਾ ਰੋਲ ਨਿਭਾਉਣਾ ਚਾਹੀਦਾ ਔਰ ਖੁਦ ਆ ਕੇ ਕਿਸਾਨ ਆਗੂ ਨਾਲ ਗੱਲਬਾਤ ਕਰਕੇ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਨੇ। ਉਧਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦਾ ਸਿਆਸੀ ਪਾਰਾ ਵੀ 7ਵੇਂ ਅਸਮਾਨ ਦੇ ਉੱਤੇ ਪਹੁੰਚ ਚੁੱਕਿਆ ਹੈ। ਵਿਰੋਧੀਆਂ ਦੇ ਵੱਲੋਂ ਹੁਣ ਭਾਜਪਾ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਦੇ ਨਾਲ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸਦੀ ਕਿ ਇਸ ਦੇ ਉੱਤੇ ਬੋਲਦੇ ਹੋਏ ਰਾਜਕੁਮਾਰ ਵੇਰਕਾ ਦੇ ਵੱਲੋਂ ਘੇਰਿਆ ਗਿਆ ਹੈ ਭਾਜਪਾ ਨੂੰ ਤੇ ਉਹਨਾਂ ਨੇ ਕਿਹਾ कि सुप्रीम कोर्ट ने एक शीशा दिखाया है। सुप्रीम कोर्ट ने आज केंद्र की सरकार को जो आईना दिखाया है, इससे एक बात स्पष्ट होती है कि ये मन मर्जी से केंद्र सरकार ने बड़े घरानों के साथ बैठकर कानून बनाए थे। ये पार्लियामेंट में ना तो बहस हुई, ना राज्यसभा में बहस हुई, तो ये थोपे के कानून थे, ये लोकतंत्र के कानून नहीं थे, ये लोकतंत्र की बहाली के कानून नहीं, ये किसानों के फायदे के कानून नहीं, किसानों के नुकसान के कानून थे। और आज 100 के करीब आंकड़ा पहुंचने जा रहा है किसानों की हत्याओं का। इसकी जिम्मेदारी भी केंद्र सरकार को उठानी होगी और केंद्र सरकार को माफी मांगनी चाहिए, किसानों को, देश के लोगों से माफी मांगनी चाहिए और इन कानूनों को फौरी तौर पे वापस लेना चाहिए। उधर श्रोमणी अकाली दल के आगुआं दे वल्लों भी हुण भाजपा नूं निशाने दे उत्ते लिया गया है। हालांकि दस दईए भाजपा ते अकाली दल दा रिश्ता भी खेती कानूनां दे चलदिआं ही तिड़किया सी, पर उस तो बाद अकाली दल दे वल्लों भाजपा नूं हर एक गल दे उत्ते घेरन दीआं कोशिशां हुंदियां ने ते हुण सुप्रीम कोर्ट दे फैसले तो बाद भी अकाली दल ने अपना पक्ष रखिआ। पंजाब समेत सारे देश दे किसान जिहड़े है इहदा विरोध कर रहे हैं और उहदे ते रोक लगनी मैं समझदा कि केंद्र की सरकार ते बड़ा वड्डा तमाचा है। और साडे पार्टी प्रधान साहब ने बोलदे यही गल लोक सभा च भी कही सी जदों बिल वापस करन जां बिल दे विरोध खड़े होए सी कि इहनूं स्टैंडिंग कमेटी नूं भेज दो ताकि जदों किसान सहमत हो जाणगे जां किसानां दीयां गल्लां इहदे विच पै जाणीआं ते तां लागू कर लओ। उस वेले मोदी साहब ने नहीं मन्नी। ਅੱਜ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਰੋਕ ਲਾਈ ਹੈ, ਮੈਂ ਸਮਝਦਾ ਕਿ ਇਹ ਉਹਨਾਂ ਸਾਰੀਆਂ ਗੱਲਾਂ ਦਾ ਮੋਦੀ ਸਾਹਿਬ ਦੀ ਸਰਕਾਰ ਨੂੰ ਜਵਾਬ ਮਿਲ ਗਿਆ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਸੁਪਰੀਮ ਕੋਰਟ ਦੇ ਆਏ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ, ਪਰ ਉਹਨਾਂ ਨੇ ਨਾਲ ਹੀ ਕਈ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਨੇ। जी बिल्कुल, सुप्रीम कोर्ट ने जो आज अपने ऑर्डर में ये कहा कि इन 3 कानूनों को स्टे किया जाता है, इसका अब कोई औचित्य रह नहीं गया। हम सुप्रीम कोर्ट का सम्मान करते हैं, सबसे सर्वोच्च न्यायालय है, लेकिन क्योंकि ये कानून ऑलरेडी देश में लागू हो चुका है और किसानों के पास अब विकल्प नहीं रहा, क्योंकि कल रात को सरकार ने एफिडेविट फाइल करके ये बड़ा स्पष्ट कर दिया कि इन कानूनों को किसी भी सूरत में रद्द होने नहीं देंगे। सरकार ने ये कह दिया कि इन कानूनों को रिपील नहीं करेंगे। जब सरकार ने अपनी मनचाही जाहिर कर दी, अब ये कमेटी क्या कर सकती है? इसलिए किसानों के पास अब कोई विकल्प ही नहीं बचा इस आंदोलन को आगे ले जाने के अलावा। तो हम जहां सुप्रीम कोर्ट का सम्मान करते हैं, वहां हम यह भी अपनी भावना व्यक्त करना चाहते हैं कि ये जो ऑर्डर आया है, आज की स्थिति में अब इस ऑर्डर की कोई वैल्यू नहीं रह जाती, जबकि सरकार बिल्कुल स्पष्ट कह चुकी है वो कानून रद्द नहीं करेंगे और दूसरी तरफ ये कानून देश में पहले से लागू हो चुके हैं। पंजाब इस वेले दे विच फिलहाल दे लिए इन्ना ही, फिर मुड़ हाजिर होवांगे नवीआं ते ताज़ा गतिविधियां दे नाल। तद तक ਲਈ ਮੈਨੂੰ ਦਿਓ इजाजत। बहुत बहुत धन्यवाद।